ਉਹ ਇਹ ਕਹਿੰਦਾ ਹੈ, ਪਰ ਨਾਲ ਹੀ ਇੱਕ ਗੱਲ ਮਨ ਹੀ ਮਨ ਵਿੱਚ ਸੋਚੀ, ਜੋ ਕੋਈ ਇਸ਼ਕ ਕੋਈ ਮੁਹੱਬਤ ਵੀ ਤਾਂ ਹੋਵੇਗੀ ਉਸ ਦੀ। ਅਸੀਂ ਇਸ ਅਜੀਬ ਬੇਬਲੂਮੀ ਤਹਿਜ਼ੀਬ ਤੇ ਇਖਲਾਕ ਤੇ ਬੰਨੇ ਹੋਏ ਆਪਣੇ ਅਜਿਹੇ ਰਿਸ਼ਤਿਆਂ ਦੀਆਂ ਮੁਹੱਬਤਾਂ ਤੋਂ ਕਿਉਂ ਜਾਣੂ ਨਹੀਂ ਹੁੰਦੇ? ਜੇਕਰ ਹੋਵੀਏ ਵੀ ਤਾਂ ਹਰ ਵੇਲੇ ਉਹਨਾਂ ਨੂੰ ਲੁਕਾਉਣ ਦਾ ਯਤਨ ਹੀ ਕਰਦੇ ਰਹਿੰਦੇ ਹਾਂ। ਇਹ ਸਵਾਲ ਇਹਨਾਂ ਦਾ ਆਪਣੀ ਮਾਂ ਦੇ ਬਾਰੇ ਪੈਦਾ ਹੋਇਆ। ਮੈਨੂੰ ਇੱਕ ਪ੍ਰੋਬਲਮ ਇਹ ਹੋਇਆ ਕਿ ਸਾਡਾ ਨਾਵਲ ਨਿਗਾਰ ਵੀ ਇਸ ਪਹਿਲੂ ਤੇ ਇਹਨਾਂ 4 ਲਾਈਨਾਂ ਤੋਂ ਇਲਾਵਾ ਕੁਝ ਨਹੀਂ ਲਿਖ ਸਕਿਆ ਪੂਰੇ ਨਾਵਲ ਦੇ ਵਿੱਚ। ਤੇ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਕੀ ਸਮਝਦੇ ਹੋ ਕਿ ਇਸ ਤੁਹਾਡੇ ਇhtਜਾਜ ਦਾ ਅੱਗੇ ਕੁਝ ਵਾਧਾ ਹੋਏਗਾ, ਪੈਂਡਾ ਅੱਗੇ ਜਾਏਗਾ? ਪਹਿਲੀ ਗੱਲ ਤੇ ਕਿ ਸਾਡਾ ਜਿਤਨਾ ਫਿਕਸ਼ਨ ਹੁੰਦਾ ਹੈ, ਦੁਨੀਆ ਦਾ ਜੋ ਵੀ ਜਿਸ ਜ਼ਬਾਨ 'ਚ ਵੀ ਲਿਖਿਆ ਜਾਂਦਾ ਹੈ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੀ ਲਿਖਣ ਵਾਲੇ ਦੀ ਜ਼ਿੰਦਗੀ ਦੇ ਵਾਕਿਆਤ ਨਾਲ ਜੁੜੀਆਂ ਹੁੰਦੀਆਂ। ਔਰ ਅਗਰ ਉਹਦੀ ਜ਼ਿੰਦਗੀ ਨਾਲ ਨਾ ਜੁੜੀਆਂ ਹੋਣ ਤੇ ਉਹਦੇ ਆਲੇ ਦੁਆਲੇ ਜਿਹੜੇ ਸਾਹ ਲੈ ਰਹੇ ਹੁੰਦੇ ਨੇ ਉਹਨਾਂ ਕਿਰਦਾਰਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ। ਸੋ ਮੇਰੀ ਕੋਸ਼ਿਸ਼ ਇਹਦੇ 'ਚ ਇਹ ਸੀ ਕਿ ਅਸੀਂ ਜਿਹੜਾ ਹੁਣੇ ਬਹੁਤ ਜ਼ਿਆਦਾ ਬੁਲੰਦ ਦਾਅਵੇ ਕਰ ਰਹੇ ਸੀ ਕਿ ਜੀ ਸਾਰੇ ਪਾਕਿਸਤਾਨ ਦੇ ਅੰਦਰ ਸਾਰੇ ਸੂਬਿਆਂ 'ਚੋਂ ਜਿਹੜਾ ਇੱਕ ਪ੍ਰੋਗਰੈਸਿਵ ਔਰ ਤਰੱਕੀ ਪਸੰਦ ਸੂਬਾ ਹੈ ਉਹ ਪੰਜਾਬ ਹੈ। ਲੇਕਿਨ ਸ਼ਾਇਦ ਅਸੀਂ ਉਸ ਪੰਜਾਬ ਨੂੰ ਨਹੀਂ ਵੇਖਿਆ ਜਿਹਦੇ 'ਚ ਉਸੇ ਤਰ੍ਹਾਂ ਔਰਤ ਜਿਹੜੀ ਹੈ ਉਹ ਮਜ਼ਲੂਮ ਹੈ ਜਿਸ ਤਰ੍ਹਾਂ ਸਿੰਧ ਦੀ ਜਾਂ ਬਲੂਚਿਸਤਾਨ ਦੀ ਜਾਂ ਖੈਬਰ ਪਖਤੂਨਖਵਾ ਦੀ ਹੋ ਸਕਦੀ ਹੈ। ਮੈਂ ਸਿਰਫ ਸਵਾਲ ਇੱਕ ਯਾਨੀ ਤੁਹਾਡੇ ਨਾਲ ਵੀ ਹੈ ਔਰ ਇਹਨਾਂ ਅਹਿਬਾਬ ਨਾਲ ਵੀ ਹੈ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਸਾਡੀਆਂ ਜਿਹੜੀਆਂ ਘਰ ਦੀਆਂ ਬੱਚੀਆਂ ਨੇ, ਜਿਹੜੀਆਂ ਭੈਣਾਂ ਨੇ, ਉਹ ਆਪਣੇ ਵਿਰਾਹ ਦੇ ਇਸ਼ਕ ਤੇ ਬੜਾ ਮਾਣ ਕਰਦੀਆਂ ਨੇ ਔਰ ਸਹੇਲੀਆਂ ਨੂੰ ਇੱਧਰ ਉੱਧਰ ਦੱਸਦੀਆਂ ਨੇ। ਮਾਂ ਵੀ ਕਰਦੀ, ਪਿਓ ਵੀ ਕਦੀ ਕਦੀ ਬੱਚਿਆਂ ਉੱਤੇ ਬੜੀ ਖੁਸ਼ੀ ਨਾਲ ਬੈਠਾ ਕਹਿ ਦਿੰਦਾ ਕਿ ਹਾਂ ਇਹ ਕੈਸੀ। ਮਾਂ ਕਿਉਂ ਨਹੀਂ ਕਹਿ ਸਕਦੀ? ਵਾਹ ਵਾਹ, ਇਹ ਬੜਾ ਅਹਿਮ ਸਵਾਲ ਹੈ। ਬਹੁਤ ਅਹਿਮ ਸਵਾਲ, ਬਹੁਤ ਅਹਿਮ ਸਵਾਲ। ਭੈਣ ਵੀ ਮਾਰ ਦਿੱਤੀ ਜਾਂਦੀ ਹੈ ਔਰ ਮਾਂ ਵੀ ਮਾਰ ਦਿੱਤੀ ਜਾਂਦੀ ਹੈ। ਸੋ ਇਹ ਮੇਰੇ ਸਵਾਲ ਸਨ ਜਿਹੜੇ ਮੇਰੇ ਜ਼ਿਹਨ 'ਚ ਸਨ, ਜਿਹੜਾ ਮੈਨੂੰ ਨਾ ਉਰਦੂ ਫਿਕਸ਼ਨ ਵਿੱਚ ਕਿਸੇ ਲਿਖੇ ਹੋਏ ਮਿਲੇ ਨਾ ਪੰਜਾਬੀ 'ਚ ਮਿਲੇ। ਔਰ ਜਿਹੜਾ ਅਸੀਂ ਕਹਿੰਦੇ ਹਾਂ ਨਾ ਕਿ ਪੰਜਾਬੀ ਫਿਕਸ਼ਨ ਕੋਈ ਕੱਲ੍ਹ ਦੀ ਗੱਲ ਹੈ ਤੇ ਇੱਕ ਬੜੀ ਗਲਤ ਫਹਿਮੀ ਹੈ ਸਾਡੀ। ਇਹ ਵੀ ਤਕਰੀਬਨ 120-25 ਸਾਲ ਹੋ ਗਏ ਨੇ ਜਦੋਂ ਪਹਿਲੀ ਕਹਾਣੀ ਔਰ ਫਿਕਸ਼ਨ ਲਿਖਿਆ ਗਿਆ ਔਰ ਦੁਨੀਆ ਦੇ ਬਿਹਤਰੀਨ ਫਿਕਸ਼ਨ ਵਿੱਚ ਸਾਡਾ ਪੰਜਾਬੀ ਫਿਕਸ਼ਨ ਸ਼ਾਮਿਲ ਹੈ। ਕਿਉਂਕਿ ਅਸੀਂ ਪ੍ਰੇਮ ਚੰਦ ਨੂੰ, ਮੀਰ ਤਕੀ ਮੀਰ ਨੂੰ, ਗਾਲਿਬ ਨੂੰ ਉਰਦੂ ਵਿੱਚ ਐਕਸੈਪਟ ਕਰ ਲੈਂਦੇ ਹਾਂ। ਸਿਰਫ ਇਹ ਕਿ ਅਸੀਂ ਗੁਰਦਿਆਲ ਨੂੰ, ਬਲਦੇਵ ਸਿੰਘ ਨੂੰ, ਅਮਰਤਾ ਨੂੰ ਐਕਸੈਪਟ ਨਹੀਂ ਕਰਦੇ ਕਿ ਜੀ ਉਹ ਪੰਜਾਬੀ ਦੇ ਨੇ ਔਰ ਈਸਟ ਪੰਜਾਬ ਦੇ ਨੇ। ਸੋ ਗੁਰਦਿਆਲ ਦੇ ਜਿਹੜੇ ਨਾਵਲ ਨੇ ਉਹ ਰਸ਼ੀਅਨ ਵਿੱਚ ਵੀ ਔਰ ਸਾਰੀ ਜਗ੍ਹਾ ਤੇ ਛਪੇ ਹੋਏ ਨੇ। ਪਰ ਇਹ ਸਵਾਲ ਆਪਣੀ ਜਗ੍ਹਾ ਤੇ ਸੀ। ਇਹ ਸਵਾਲ ਹੈ ਜਿਹੜਾ ਮੈਂ ਇਸ ਨਾਵਲ ਵਿੱਚ ਯਾਨੀ ਪੈਦਾ ਕੀਤਾ ਹੈ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਸਵਾਲ ਦਾ ਜਵਾਬ ਖੁਦ ਵੀ ਲੱਭਾਂ ਔਰ ਦੂਸਰੇ ਲਿਖਣ ਵਾਲੇ ਵੀ ਇੱਧਰ ਲੱਭਣ, ਕਿਉਂਕਿ ਬਹੁਤ ਸਦੀਆਂ ਤੋਂ ਇੱਥੋਂ ਦੀ ਜਿਹੜੀ ਮਾਂ ਹੈ ਉਹ ਇਸ इश्क को लुकाने में मसरूफ है। मैं ये भी कहता चलूँ, हमें ज़फ़र मसूद साहब ने ज्वाइन करना था बट इस वक्त उनका अपना एक बैंक का सेशन चल रहा है तो वो हमें इस वक्त ज्वाइन नहीं कर रहे। तो मैं ये जो हालात हैं पाकिस्तान में कि हम बार बार इसी मुसीबत में फंस जाते हैं और लोग समझते हैं कि क्योंकि ये सारी मुश्किलात हैं या उनको कहा जाता है वो इसलिए है कि IMF हमें कह रहा है कि मुश्किलात पैदा करते हैं और हम इसमें से निकल नहीं सक रहे और बार बार हम कहते हैं कि जी अब बूम आ गया है, बस्ट हो गया, फिर ठीक हो गया, ख़राब हो गया। कई दिहाइयों से एक किस्सा चल रहा है। तो इस पर आपका क्या ख्याल है? इसमें IMF जो है वो ज़िम्मेदार है या हमारी अपनी गलतियाँ हैं और ये क्यों ऐसा क्यों हो रहा है बार बार? खाली बहुत शुक्रिया आपका, मुझे आपने इनवाइट किया और बड़ी खुशी हुई है फैसलाबाद के अंदर ये फेस्टिवल देख के, ख़ासतौर पर जो पिछला सेशन पंजाबी में था, बीइंग पंजाबी बड़ी ये खुशी हुई कि उसको कुछ रिवाइव किया जा रहा है। तो कमिंग टू योर क्वेश्चन जी कि IMF का कसूर है या हमारा कसूर है, तो ज़ाहिर है कसूर तो हमारा है। अगर हमें IMF बुरा लगता है तो हम उसे छोड़ दें। हम उसे छोड़ क्यों नहीं सकते? क्योंकि हम फाइनेंशियली इंडिपेंडेंट नहीं हैं। हम अपने ख़र्चे जो हैं मुल्क को चलाने के लिए वो नहीं पूरे कर सकते मुल्क के अंदर से, ना हमारी इतनी क्रेडिबिलिटी है दुनिया के सामने कि दुनिया हमें वो खर्चे पूरे करने के लिए कर्जे दे दे या हमारे अंदर वो इन्वेस्टमेंट कर दे।
تو جب ہم یہ کر نہیں پاتے تو ہم ایک اس کو کہتے ہیں نا بیمار اکانومی ہے, کیلنگ اکانومی ہے. جب ایک بیمار آدمی ہوتا ہے نا تو اس میں جب انٹرنیشنل ٹریول کرنا ہوتا ہے, بہت بیمار ہوتا ہے, تو اس کو ٹریول کرنے کے لیے وہ ڈاکٹر کا سرٹیفکیٹ لے کے آتا ہے کہ جی میں نے ٹریول کرنا ہے, ورنہ اس کو ایئر لائن ٹریول نہیں کرنے دیتی, کہیں راستے میں اس کی کوئی ایمرجنسی ہوگی تو پھر ہماری ذمہ داری نہیں ہوگی. تو اسی طرح پاکستان چونکہ ایک بیمار اکانومی ہے اور اس کی جو ڈیسیجن میکنگ ہے وہ بہت امپیئرڈ ہے, اس میں بہت سارے مسئلے ہیں, فلاز ہیں, اس کے انسینٹیو سٹرکچر جو ہے حکومت کے, پالیسی میکرز کے, وہ مس الائنڈ ہے. تو وہ فیصلے جو کہ ایک ملک کے لیے, ایک اس کی 65% عوام جو یوتھ ہے اس کے لیے شاید مناسب نہیں ہے. تو اس کے بعد وہ ایک غلط راستے پہ جاتا ہے, تو اس کو چلانے کے لیے جو پیسے دنیا سے چاہیے, اس پیسے جانے کے لیے آپ کو ایک ڈاکٹر کی سند چاہیے. وہ سند آپ کو آئی ایم ایف دیتا ہے, وہ آپ کو سرٹیفکیٹ آئی ایم ایف دیتا ہے. اب وہ آئی ایم ایف کا سرٹیفکیٹ ملتا ہے تو ہم یہ کہیں پہ بھی جا کے اپنے ملک کو چلا پاتے ہیں. یہ کوئی خوشی کی بات نہیں ہے. جیسے کہ اب آئی ایم ایف ریویو ہوتا ہے, اچھا ہوا ہے, جیسے ابھی بڑا اسموتھ ریویو گیا تو ہم لوگ خوشیاں مناتے ہیں کہ جی یہ بہت اچھا ریویو ہو گیا. بٹ یہ ہمارے لیے بڑے افسوس کی بات ہے کہ ہمیں یہ بار بار یہ کرنا پڑتا ہے. ہمیں اگر اس سے نکلنا ہے تو ہمیں سیلف ریلائنٹ ہونا پڑے گا. آپ اس کو دیکھیں, انڈیا کے اندر بھی یہ مسئلے تھے کچھ 1990 کی دہائی میں. وہ آئی ایم ایف پہ گیا اور آئی ایم ایف کی کنڈیشن ایسی ہوتی ہے جیسے پاکستان میں, ابھی آپ ارجنٹینا میں جا کے دیکھیں وہاں پہ کیسی کنڈیشن ہے. ارجنٹینا کا جو نیا وہ صدر آیا ہے وہ کہتا ہے کہ میں اپنے سینٹرل بینک کو آگ لگا دوں گا. ہم اپنے اسٹیٹ بینک کے بارے میں کہتے ہیں کہ یہاں آئی ایم ایف سے لوگ آگے بیٹھ جاتے ہیں. جب اس کو انڈیپینڈنٹ کرتے ہیں تو کہتے ہیں جی ہم نے ملک کو بھیج دیا. تو ادھر بھی ایسی باتیں ہو رہی ہیں. ایجپٹ میں جا کے دیکھیں ادھر بھی ایسی باتیں ہو رہی ہیں. لیبنان میں جا کے دیکھیں ادھر بھی ایسی باتیں ہو رہی ہیں. تو یہ کچھ دنیا کی اکانومیز ہیں جو پرپیچولی آئی ایم ایف کے اندر ہیں. وہاں پہ پبلک ریزنٹمنٹ آتی ہے آئی ایم ایف کے خلاف. وہ کیوں آتی ہے اس پہ آتا ہوں, لیکن بات انڈیا کی میں کر رہا تھا کہ 1990 کی دہائی میں جب انڈیا اس طرح کے آئی ایم ایف پروگرام میں گیا, منموہن سنگھ اس وقت ان کے فائنانس منسٹر تھے, اور وہاں پہ انہوں نے کہا کہ جی ہم نے آئی ایم ایف پہ جانا. انہوں نے اپنا پیٹ کاٹا, انہوں نے اپنا سارا سونا جو تھا وہ گروی رکھا. انہوں نے اس کے اگینسٹ اس طرح کی چیزیں کی کہ بس ہم نے خود سے ارینج کرنا ہے اور چیزوں کو ٹھیک کرنا ہے, اور انہوں نے پیچھے مڑ کے نہیں دیکھا. 1990 میں پاکستان اور انڈیا برابر سمجھے جاتے تھے, صرف پاکستان انڈیا سے اوپر ہی سمجھا جاتا تھا. بہت سارے اکنامک انڈیکیٹرز دیکھیں تو پہلے میں ان سے گزارش کروں گا کہ سر یہ جو ذرا سمجھائیں ہمیں کہ دنیا میں ہوا کیا ہے. یعنی ایک جو صنعت کاری کا اور صنعت کاری کے عہد کا جو ایک تصور بیگانگی ہے, کارل مارکس کے یہاں سے جو بات ایلینیشن کا جو تصور ہے, اور اس سے بات آگے بڑھتے بڑھتے اس کے 100 برس کے بعد تقریباً رائزمن کے دی لونلی کراؤڈ تک آتی ہے, اور پھر اب اس کے بھی مزید 75 سال گزر گئے ہیں. تو یہ ذرا تھوڑا سا اس کا اگر ہمیں آپ ایک بیک گراؤنڈ بتائیں کہ دنیا میں ہوا کیا ہے, اور بیک وقت ہم جیسے جیسے اکٹھے ہوتے جا رہے ہیں ویسے ہی ساتھ ساتھ ہم اکیلے ہوتے چلے جا رہے ہیں. خلیل بہت مہربانی. لالپور لٹریچر فیسٹیول سوسائٹی کا مشکور ہوں, اور تمام دوستوں کا کہ مجھے آپ لوگوں نے عزت بخشی اور یہاں مدعو کیا. جو بات ہم کر رہے ہیں یہ بہت جہاں آپ نے پیپل ریپبلک آف ٹویٹر, ریپبلک آف فیس بک بنا لی اور اس سے بھڑاس نکال لی اور سب کو کافی ہو گیا. نکلنے کے علاوہ یہ 2 سوال ہیں. اس کی ایک منزل آپ سے ہو گئی. تو اب یہ جو پینل ہے اس میں ہم نے کوشش یہ کی کہ اس میں مختلف وقتوں کے رائٹرز, ایکٹرز موجود ہوں اور ان کا اپنا اپنا ایکسپیرینس ہے, تو آپ کو ہر طرح کی گفتگو اس میں ملے گی. میں پہلے بیروز سبزواری سے بات اس لیے کرنا چاہتا ہوں کہ ایک تو میں بے تکلف ہوں, ان سے دوست ہے میرے. دوسرا, ان کا ایک قدم ماضی میں ہے, اگلا قدم مستقبل میں ہے. ان کی اور شہرت زیادہ چاہیے لوگ, کیونکہ اگر آپ اپنے کام سے
एश्योरेंस मिले तो वो बहुत उसका दबाव होता है, वो बहुत दूर तक चलेगी। और बदकिस्मती से अब जो हमारा ड्रामा है टेलीविजन का, बहुत से चैनल है, 100-150 से ज़्यादा चैनल है, उसमें एंटरटेनमेंट के तकरीबन 100 चैनल हैं, बहुत अच्छे अच्छे दिखा रहे हैं। उसमें टीवी दिखाया कुछ सब्जी है, बाकी हमारे क्या बात है, पुलाव जो है सब पकाया जो छा गया था। और जब मेरा साथ कोई कौन नहीं जानता है, तो अब हुआ ये है कि जो सुपरहिट सीरियल वो अब न्यूज़पेपर की शक्ल से आते हैं, सुबह तो पढ़ते हैं और शाम तक वो शीशा साफ करने के लिए या कोई चीज ढकने के लिए काम आता है। और पहले जब जैसे खुदा की बस्ती को इस वक्त 50 बरस हो गए, आधी सदी हो गई, लोग अब भी मुझे नौशा के नाम से याद करते हैं। और ये फर्क हो गया है क्योंकि जाहिर है कमर्शलाइज हो गया है। मैं इसलिए कह रहा हूँ कमर्शलाइज हो गया, हमारे फायदे में हुआ है, बहुत फायदा हुआ है। मैंने 29 बरस कार डीलिंग की है, गाड़ियाँ बेचता था, PTV में मैं बचपन से, और 2000 से जब से चैनल आए तो मेरे पास अब तक अलहमदुलिल्लाह वक्त नहीं है। मुझे जो काम थोड़ा बहुत कुछ आता है, इन लोगों ने सिखाया है मुझे, तो मैं ये समझता हूँ कि इसमें सबसे इम्पोर्टेंट जो है ना, जैसे फेस्टिवल है, फैसलाबाद है, मेरे लिए बहुत बड़ा एहसास। असल में हम बेसिक जो बुनियादें हैं वो लूज कर रहे हैं नहीं, क्योंकि लिटरेचर का ताल्लुक जो है ना आपके बचपन से, आपके घर से, मैं ये समझता हूँ आपके घर से शुरू है। आपके माँ बाप आपको तरबियत देते हैं, कैसे बैठना है, बड़ों की इज्जत किस तरह करनी, कैसे सिखाना है, फिर उस बच्चे में समझ बूझ आती है उस हवाले से, फिर वो पढ़ता है। अब तो पढ़ने पर सिलसिला ही खत्म हो गया, जैसे कि अभी हम देख रहे थे हमें फारिग करती है। तो फिर भी हमारी रोटी रोटी है, हम अभी भी ये काम कर रहे हैं और बहुत फख्र से कह सकते हैं कि ड्रामा पाकिस्तान का ड्रामा वो तकरीबन बहुत से जो, अगर आप डायरेक्ट हमारा इंडिया से कॉम्पिटिशन, इंडिया का ड्रामा ग्रेट है मेरे पास, क्योंकि वो फिल्म नहीं है, फैंटेसी है। जो काबुली प्लान था या हमारे प्लान वो रियलिटी के उसने देखा कि ड्रामे से क्या नए पैगाम हैं। तो ड्रामा इम्कान से ज़्यादा पैगाम की नज़र है, और फिर मुझे इम्कान से भी इख्तिलाफ है कि इम्कान का मतलब तो ऐसी बेबसी है, कुछ उम्मीद है, कुछ किसी और की मोहताजी है कि कोई इम्कान है, किसी दरवाजे से खड़े हैं, किसी डॉक्टर से या सब खुलेगा उनसे क्या नजर आता है। तो अब आप मुझे अगर ड्रामे का एक फोल्डर समझते हैं तो मैं क्या इम्कान की बात करूँ, जबरदस्त। या आप मुझे स्टेक होल्डर नहीं समझते हैं तो फिर मार्केटिंग वाले को बिठा देते हैं कि वो इंसान से बात करे जब आपने क्या करना है। अब मार्केटिंग वाला जो है वो क्या करता है, मार्केटिंग वाला ये करता है कि जितनी मेरी समझ है वो असल में, जैसे मेरे इलाकों में ऐसी जो गलती है इसकी वजह ये कि कोयटा में क्लोराइड की कमी है, लेकिन वो मुझे कैल्शियम का टूथपेस्ट बेचता है। वैसे घर में कुछ स्किन का प्रॉब्लम है तो वो उसको रंग गोरा करने वाली क्रीम बेचता है, इसलिए कि वो घर से जाके बात नहीं करता, वो अपने ऑफिस से जाके उसको बेचता है।
ایک تھیلا اٹھا کے جاتا ہے اور ایک دکاندار کے پاس اس کو کنوینس کرتا ہے کہ رنگ گورا کرنے والی چیزیں. تو مارکیٹنگ کا کام تو یہ ہوتا ہے. اور چونکہ ڈرامہ مارکیٹنگ کے زیر اثر ہے تو اس سے ایسا ہوتا ہے کہ جو بندہ جس نے ان موضوعات کو یا اس اسلوب کو ڈرامے کی زینت بنانا ہے وہ نہ سر میں بیٹھا ہے، نہ کوئٹہ میں بیٹھا ہے، نہ فیصل آباد میں بیٹھا ہے، نہ ان سارے شہروں میں جہاں وہ وہاں سے آڈر نہیں دے رہا، وہ یہاں سے امپورٹ کیا گیا کریم ٹوتھ پیسٹ وغیرہ لگا رہا ہے. یہ مارکیٹنگ کا ہوتا ہے. اب ڈرامہ جو ہے کہانی ایک ایسی چیز ہے کہ جس کو آپ بزنس کے طور پہ لے رہے ہیں وہ ہے، لیکن بزنس نہیں ہے. کہانی ایک بہت بڑا اوزار ہے جس سے دماغوں کے تیز کھولے بند کیے جاتے ہیں. زبردست. یہ اوزار جس کے ہاتھ میں آتا ہے، بادشاہ ہو، فقیر ہو، عام آدمی ہو، جو ٹول جس کے پاس پاور ہے وہ اپنی مرضی کا دماغ کھولتا ہے اور کام کرتا ہے. لوگوں کے پاس رہتی ہے ہمیشہ کہ آپ کو یہ دکھایا جائے جو کہ تعداد نہ دیکھنا چاہتے ہیں. لیکن مجھے یہ لگتا ہے کہ اگر کافی فلاور اتنا ایک ہے اور ملین جب لوگ اس کو دیکھتے ہیں تو وہ نہیں دیکھنا چاہتے ہیں. وہ شاید وہ باقی سب چیزیں نہیں دیکھنا چاہتے جو ان کو دکھانے پر مجبور کیا جاتا ہے. دوسرا ہم لوگوں کے لیے ٹیلی ویژن بہت اہم میڈیم ہے. تقریباً 60% سے زیادہ لوگوں کے پاس ایکسیس ہے اور اب تو اور بڑھیا ہے کیونکہ آپ یوٹیوب پر اس کو دیکھ سکتے ہیں. تو اتنا امپورٹنٹ میڈیم ہے جس سے آپ پہنچا سکتے ہیں بہت ساری باتیں. تو پہنچانے کی بات کرتی ہے تو میں یہ نہیں سمجھتی کہ ہم میں سے کوئی بھی آپ کو کچھ سکھا سکتا ہے. ہم شاید آپ سے انسان یہی کر سکتے ہیں کہ ہمیں یہ نظر آ رہا ہے، ہم اسے پروجیکٹ کر دیتے ہیں. اب آپ بتائیے کہ اس میں کیا صحیح ہے اور کیا غلط ہے. یہ جو سوال کرنا کو بھی انسٹیگیٹ کرتا ہے، انسٹیمولیٹ کرتا ہے آپ کی کوئی بھی کام ہے، وہ آپ کو کویشچننگ مائنڈ کی آپ کو انسٹیمولیشن دیتا ہے کہ آپ سوال کر سکیں. جواب ہم میں سے نہ کوئی دے سکتا ہے نہ ہی وہ اہم ہے. سوال بہت اہم ہے. اگر آپ وہ سوال کر سکتے ہیں تو آپ سب سے کر سکتے ہیں کہ کیا اگر صحیح ہے جو دکھایا جا رہا ہے جو ہمارے معاشرے میں ہوتا ہے تو یہ صحیح ہے یا غلط ہے یا اس کی تبدیلی کی گنجائش ہے. دوسری بات یہ ہے کہ سسٹمیٹک طریقہ جو آپ نے بھی کہا کہ اس سے جو کیا نمائندگی ہوگی رہی ہے یوتھ کی ہمارے ٹیلی ویژن پیج میں یا انٹرٹینمنٹ میں. دیکھیے آپ لوگوں کو خاص ویلیو سسٹم کے اوپر چیزیں دکھائی جا رہی ہیں اور وہ ویلیو سسٹم ہر انڈیویجول کا اپنا ہوتا ہے. وہ ہر ایک ذاتی فیصلہ بھی ہوتا ہے جو کس چیز کو اپناتا ہے کس کو نہیں اپناتا، پھر وہ جا کر ایک معاشرے کی ویلیو سسٹم ہوتی ہیں. ہم لوگ سکسیس اسٹوری عورتوں کے لیے دیکھتے ہیں جو ہم سے بہت شکایت کرتی ہے کہ دو ماڈلیں دیکھتے ہیں. ہم بہت ہی زیادہ نیگیٹو چیزیں دیکھتے ہیں. ہم اپنے ہاؤس ہولڈ میں جو بھی فزیکل سینیریو ہے ہمیں لگتا ہے بہت نیگیٹو ہے. آپس کے رشتوں میں ہم بہت مسائل دیکھتے ہیں جو کہ ہر گھر میں ایسا ہوتا ہے نہیں ہے. لیکن آپ کو یقین میں دلا دیا جاتا ہے عورت موجود ہے. اگر وہ جو بھی کرتی ہے تو وہ اچھی عورت ہے. اس لیے آپ بھی چاہتے چاہیے یہ ایک وہ رویہ جس پر کہتے ہیں اس رویے کو نارملائز کیا جاتا ہے اس سارے انٹرٹینمنٹ کے ذریعے. تو یہ سوچنے کی بات ہے کہ یہ ایک مائنڈ سیٹ ہے جس کو ٹچ کیا جاتا ہے اور بہت امپورٹنٹ میڈیم ہے. ایک ریلیونٹ ہیں یہ کہانیاں جو آج کل ہمیں دکھائی جاتی ہیں. مجھے نہیں لگتا کہ یہاں لڑکی میں اتنی نام لڑکیاں ہیں جو لیکن ڈرامہ صرف ٹی وی کا ڈرامہ نہیں ہوتا ہے. بہت زیادہ صرف اور صرف ان کے اکنامکس اور کامرس کی بنیادوں پہ ہونے لگا. میں نے ٹی وی کا ڈرامہ 7-8 سال سے نہیں کیا کیونکہ میں 25-30 قسطوں کا ڈرامہ نہیں کرنا چاہتا. اس میں ڈائریکٹر کو 1 سال لگ جاتا ہے بنانے میں. اینڈ آئی بی آنسٹ مجھے بہت خوشی ہے اس بات کی
कि वो जो मिथ है कि ये सब, इसमें आप मुझे भी शामिल कीजिएगा ताकि आपको फैलना हो, ये सब बेवकूफ़ हैं, ये सब सिर्फ एक चीज़ देखना चाहते हैं और ये सब मुख्तलिफ चीज़ें नहीं देखते, तो वे यही सब काबिल गुलाब भी देखते हैं, यही सब तरीका भी देखते हैं, इसमें कुछ ना कुछ चेंजेस आ रहे हैं। अनफॉर्चुनेटली कभी वक्त की कमी की वजह से या कभी ओवरऑल आई डिड कम अक्रॉस द स्क्रिप्ट व्हिच आई थॉट वाज गुड इनफ एंड इट्स रियली मिसफॉर्चून कही कि मैं और भी एक चीज़ पे काम कर रहे हैं, नहीं कर सकती। दो चार लोग अच्छे लिखने वाले हैं, तो कल में लिखना छोड़ दिया। तो अब फिर जब हमारे पास गुंजाइश कम बचती है तो वो एक कंप्लीट टेक ओवर जो हुआ है, तो मैं पूछ के इनकी बात से कनेक्ट इसलिए कर रहा था कि अब जहाँ आपको बहुत ही डेमोक्रेटिक आज़ादी महसूस होती है, जैसे जफर भाई ने कहा कि आप खुद प्रोड्यूसर, आप खुद ही राइटर हैं, अब तो लोग कंटेंट को भी फिल्म कह देते हैं, जो कुछ रीलॉग कर रहा है उसको भी फिल्म मेकिंग के साथ, इट्स अ वेरी मिक्स्ड बैग राइट नाउ। तो वो जो इंडिपेंडेंस की परहैप्स मैं उसको एक्सप्लोर कर रहा था। मैंने इतना हमारे मूवी फिल्म में एक डिस्ट्रीब्यूटर और एग्जीबिटर का बड़ा मेन काम होता है, तो मैंने कहा ठीक है मैं डायरेक्टली कर देता हूँ और मैंने अपनी फिल्म यूट्यूब पे डाल दी एंड आई थॉट आई वांट टू गेट रिड ऑफ दैट पार्ट। So, with new times, of course, there are newer challenges, but I still feel कि आज की बुनियाद में फॉर्मूले का ना होना एक रिक्वायरमेंट है। Nothing can be absolute. I cannot make a universal drama. None of us can claim कि हम एक कहानी ऐसी सुनाएंगे सबको बात जाएगी या सबके साथ कनेक्ट कर जाएगी। I think that is where the flaw lies, and that is what they are trying to mislead us. यही चलता है, लड़का लड़की होते हैं, अर्बन क्लास होती है, सिर्फ कराची के माहौल में बनता है, you know all of those things and they're all bored of that. Variety is essential. हम बात कर रहे थे अभी ड्रामे की क्लास की, कॉमेडी, we don't do comedy. Where are the comedy writers? Nobody writes comedy anymore. You know, light-hearted चीजें नहीं हम देख रहे। हर एक की स्पेशलाइजेशन है, जो जफर भाई लिखते हैं वो उनका एक मिजाज है, उनका एक तरीका है, बिल्कुल का एक अपना मिजाज है, उसका एक स्पेक्ट्रम हो सकता है, शादी का एक अपना मिजाज रहा। लाइकवाइज वी हैव पीपल लाइक फारूक कैसर साहब, वी हैव पीपल लाइक यू नो द ग्रेट कमाल रज़वी साहब, who were writing things which had variety. Every director had an individual flavor. जो दूसरा ठाकुर साहब करते थे या जो आपके जफर हुसैन साहब करते थे और जो सायरा करती थी, जो शोएब साहब करते थे, शहजाद साहब, हर एक का काम उन्हीं पीछे ग्रे दीवारों में फर्क लगता था। मुझे ऐसा लगता है कि दिस होल कॉर्पोरेटाइजेशन हैज रिजल्टेड इन सम फैंटम जिसको हम कहते हैं कि ये लोग ये चाहते हैं। तो आई एम रियली हैप्पी कि वो जो ये लोग का एक मसरूजा है वो कुछ हद तक टूट रहा है। तो अभी फिलहाल इज एन एक्सेप्शन, अ ब्रिलियंट एक्सेप्शन। एक बड़ी उम्र के आदमी की कहानी जो मेन इंटेग्रल रोल प्ले कर रहा है, मेरे टीवी पे आप किसी को पिच करके दिखाएंगे, वो perhaps you know show you the door and they would not want to make it. Begun has written stuff which was perhaps too risque for TV, लेकिन she picked up and wrote it and it was made. कितने लोगों ने देखा नहीं देखा, उस खौफ में रह के सिर्फ हिट और फ्लॉप वाले में ड्रामा नहीं ग्रो करेगा। ड्रामे को वैरायटी के साथ, एक्सपेरिमेंट के साथ, बहादुरी के साथ नहीं चले कोई काम, लेकिन लिखने वाला बनाने वाला रुके ना। वो जिस तरह की कमिटमेंट रखता है अपने काम के साथ, दैट इज वेरी फोकस एंड आई फील अब लोगों को ये समझ आ रही है कि नहीं सर कि श्योर मैरिज की मैं बात या डी मैरिज की नहीं कर रहा। यू कांट ऑलवेज प्लान टू